ਬਹੁਤ ਹੀ ਸਤਿਕਾਰਯੋਗ ਸਾਥੀਓ, ਅੱਜ ਦੀ ਵੀਡੀਓ ਵਿੱਚ ਆਪਾਂ ਜਾਣਾਂਗੇ ਕਿ ਪ੍ਰੈਜ਼ਾਈਡਿੰਗ ਆਫੀਸਰ ਵੱਲੋਂ PS05 ਫਾਰਮ ਕਿਸ ਤਰ੍ਹਾਂ ਭਰਿਆ ਜਾਣਾ ਹੈ। ਫਾਰਮ ਨੂੰ ਭਰਨ ਤੋਂ ਪਹਿਲਾਂ ਕੁਝ ਧਿਆਨ ਦੇਣ ਯੋਗ ਗੱਲਾਂ। ਪ੍ਰੈਜ਼ਾਈਡਿੰਗ ਆਫੀਸਰ ਜਿਸ ਵੀ ਪੋਲਿੰਗ ਆਫੀਸਰ ਨੂੰ ਮਾਰਕਡ ਕਾਪੀ ਦੀ ਡਿਊਟੀ ਦਿੰਦਾ ਹੈ, ਉਹ ਪੋਲਿੰਗ ਆਫੀਸਰ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖੇ। ਨੌਜਵਾਨ ਵੋਟਰਾਂ ਦੀ ਗਿਣਤੀ ਜਿਨ੍ਹਾਂ ਨੇ ਪਹਿਲੀ ਵਾਰ ਵੋਟ ਪਾਈ ਹੈ, ਪ੍ਰਵਾਸੀ ਭਾਰਤੀ NRI ਵੋਟਰਾਂ ਦੀ ਗਿਣਤੀ ਜਿਨ੍ਹਾਂ ਵੱਲੋਂ ਵੋਟ ਪਾਈ ਗਈ, 90 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ ਜਿਨ੍ਹਾਂ ਵੱਲੋਂ ਵੋਟ ਪਾਈ ਗਈ, ਵੋਟਰਾਂ ਦੀ ਗਿਣਤੀ ਜਿਨ੍ਹਾਂ ਵੱਲੋਂ EDC ਦੀ ਵਰਤੋਂ ਕੀਤੀ ਗਈ, ASD ਵੋਟਰਾਂ ਦੀ ਕੁੱਲ ਗਿਣਤੀ, ASD ਵੋਟਰਾਂ ਦੀ ਕੁੱਲ ਗਿਣਤੀ ਜਿਨ੍ਹਾਂ ਵੱਲੋਂ ਵੋਟ ਪਾਈ ਗਈ, ਦਿਵਿਆਂਗ PWD ਵੋਟਰਾਂ ਦੀ ਗਿਣਤੀ ਸ਼੍ਰੇਣੀ ਅਨੁਸਾਰ। ਮਾਰਕਡ ਕਾਪੀ ਵਾਲਾ ਪੋਲਿੰਗ ਆਫੀਸਰ ਧਿਆਨ ਨਾਲ ਇਹ ਸਾਰੀਆਂ ਚੀਜ਼ਾਂ ਨੋਟ ਕਰ ਲਵੇ ਤਾਂ ਜੋ ਪ੍ਰੈਜ਼ਾਈਡਿੰਗ ਆਫੀਸਰ PS05 ਫਾਰਮ ਨੂੰ ਸਹੀ ਢੰਗ ਨਾਲ ਅਤੇ ਘੱਟ ਸਮੇਂ ਵਿੱਚ ਭਰ ਸਕੇ। ਸਾਥੀਓ, ਸੁਵਿਧਾ ਅਨੁਸਾਰ ਘੱਟੋ ਘੱਟ PS05 ਫਾਰਮ ਦੀਆਂ 4 ਕਾਪੀਆਂ ਤਿਆਰ ਕਰ ਲਈਆਂ ਜਾਣ। ਹੋ ਸਕੇ ਤਾਂ ਇਸ ਦੇ ਪ੍ਰਿੰਟ ਆਊਟ ਆਪ ਨਿਕਲਵਾ ਕੇ ਲੈ ਜਾਓ। ਇਹ ਫਾਰਮ ਤੁਹਾਨੂੰ ਜਦੋਂ ਪੋਲਿੰਗ ਦਾ ਸਮਾਨ ਮਿਲੇਗਾ ਉਸ ਕਿੱਟ ਵਿੱਚ ਵੀ ਮਿਲ ਸਕਦਾ ਹੈ ਜਾਂ ਬਾਅਦ ਵਿੱਚ ਸੈਕਟਰ ਆਫੀਸਰ ਵੱਲੋਂ ਪੋਲਿੰਗ ਬੂਥ 'ਤੇ ਵਿਜ਼ਿਟ ਦੌਰਾਨ ਵੀ ਦਿੱਤਾ ਜਾ ਸਕਦਾ ਹੈ। ਇਸ ਬਾਰੇ ਤੁਸੀਂ ਆਪਣੇ ਸੈਕਟਰ ਆਫੀਸਰ ਤੋਂ ਜ਼ਰੂਰ ਕਨਫਰਮ ਕਰ ਲੈਣਾ। ਸਾਥੀਓ, ਨਵੇਂ PS05 ਫਾਰਮ ਦੇ ਵਿੱਚ ਕੁੱਲ 28 ਪੁਆਇੰਟਸ ਹਨ ਅਤੇ ਆਓ ਹੁਣ ਆਪਾਂ ਇਸ ਫਾਰਮ ਨੂੰ ਭਰਨਾ ਸਿੱਖਦੇ ਹਾਂ ਜੀ। ਸਾਥੀਓ, ਸਭ ਤੋਂ ਪਹਿਲਾਂ ਹੈ ਜੀ ਆਪਣੇ ਕੋਲ ਨੰਬਰ ਐਂਡ ਨੇਮ ਆਫ ਡਿਸਟ੍ਰਿਕਟ। ਇਸ ਜਗ੍ਹਾ 'ਤੇ ਆਪਾਂ ਜਿਸ ਵੀ ਡਿਸਟ੍ਰਿਕਟ ਵਿੱਚ ਆਪਣੀ ਡਿਊਟੀ ਲੱਗੀ ਹੈ ਉਹ ਡਿਸਟ੍ਰਿਕਟ ਦਾ ਨੰਬਰ ਅਤੇ ਨੇਮ ਭਰ ਦੇਣਾ ਹੈ। ਇਸ ਜਗ੍ਹਾ 'ਤੇ ਜੋ ਨੰਬਰ ਹੈ ਉਹ ਆ ਜਾਏਗਾ ਜੀ ਲੋਕ ਸਭਾ ਹਲਕੇ ਦਾ ਨੰਬਰ, ਪਾਰਲੀਮੈਂਟਰੀ ਕੰਸਟੀਟੂਐਂਸੀ ਦਾ ਨੰਬਰ ਆ ਜਾਏਗਾ। ਅਤੇ ਜਿਸ ਤਰ੍ਹਾਂ ਮੇਰੀ ਡਿਊਟੀ ਜਲੰਧਰ ਡਿਸਟ੍ਰਿਕਟ ਦੇ ਵਿੱਚ ਲੱਗੀ ਹੋਈ ਹੈ ਅਤੇ ਜਲੰਧਰ ਡਿਸਟ੍ਰਿਕਟ ਦਾ ਜੋ ਲੋਕ ਸਭਾ ਹਲਕੇ ਦਾ ਨੰਬਰ ਹੈ ਉਹ 04 ਹੈ ਅਤੇ ਇਸ ਜਗ੍ਹਾ ਆਪਾਂ ਲਿਖ ਦੇਣਾ ਹੈ 04 ਜਲੰਧਰ। ਦੈਨ ਆਪਣੇ ਕੋਲ ਹੈ ਜੀ ਨੰਬਰ ਐਂਡ ਨੇਮ ਆਫ ਦਾ ਅਸੈਂਬਲੀ ਕੰਸਟੀਟੂਐਂਸੀ। ਇਸ ਵਿੱਚ ਆਪਾਂ ਵਿਧਾਨ ਸਭਾ ਹਲਕੇ ਦਾ ਨੰਬਰ ਅਤੇ ਨਾਮ ਭਰਨਾ ਹੈ। ਅਤੇ ਜਿਸ ਤਰ੍ਹਾਂ ਮੇਰੀ ਡਿਊਟੀ ਪਿਛਲੇ ਜੋ ਇਲੈਕਸ਼ਨ ਹੋਏ ਸਨ ਉਸ ਵਿੱਚ ਨਕੋਦਰ ਵਿੱਚ ਲੱਗੀ ਸੀ, 031 ਨਕੋਦਰ, ਅਤੇ ਮੈਂ ਉਸ ਦੀ ਐਗਜ਼ਾਮਪਲ ਲੈ ਕੇ ਤੁਹਾਨੂੰ ਸਮਝਾ ਰਿਹਾ ਹਾਂ। ਇਸ ਜਗ੍ਹਾ 'ਤੇ ਆਪਾਂ 031 ਨਕੋਦਰ ਜੋ ਅਸੈਂਬਲੀ ਕੰਸਟੀਟੂਐਂਸੀ ਹੈ, ਵਿਧਾਨ ਸਭਾ ਹਲਕਾ, ਉਸ ਦਾ ਨਾਮ ਲਿਖ ਦੇਣਾ ਹੈ ਜੀ। ਨੈਕਸਟ ਆਪਣੇ ਕੋਲ ਹੈ ਜੀ ਨੰਬਰ ਐਂਡ ਨੇਮ ਆਫ ਦਾ ਪੋਲਿੰਗ ਸਟੇਸ਼ਨ। ਇਸ ਜਗ੍ਹਾ 'ਤੇ ਆਪਾਂ ਜਿਸ ਵੀ ਪੋਲਿੰਗ ਸਟੇਸ਼ਨ ਵਿੱਚ ਆਪਣੀ ਡਿਊਟੀ ਲੱਗੀ ਹੈ ਉਸ ਦਾ ਨੰਬਰ ਅਤੇ ਨੇਮ ਲਿਖ ਦੇਣਾ ਹੈ ਜੀ। ਸਾਥੀਓ, ਪਹਿਲਾ ਪੁਆਇੰਟ ਆਪਣੇ ਕੋਲ ਇਸ ਤਰ੍ਹਾਂ ਹੈ ਜੀ ਟੋਟਲ ਨੰਬਰ ਆਫ CU ਯੂਜ਼ਡ। ਕਿੰਨੇ ਕੰਟਰੋਲ ਯੂਨਿਟ ਤੁਹਾਡੇ ਬੂਥ 'ਤੇ ਯੂਜ਼ ਹੋਏ ਹਨ ਉਹਨਾਂ ਦੀ ਤੁਸੀਂ ਇੱਥੇ ਗਿਣਤੀ ਭਰ ਦੇਣੀ ਹੈ ਜੀ। ਮੇਰੇ ਕੋਲ ਸਿਰਫ ਇੱਕ ਕੰਟਰੋਲ ਯੂਨਿਟ ਯੂਜ਼ ਹੋਇਆ ਹੈ ਮੇਰੇ ਬੂਥ 'ਤੇ, ਇੱਥੇ ਮੈਂ 1 ਭਰ ਦੇਣਾ ਹੈ। ਦੈਨ ਟੋਟਲ ਨੰਬਰ ਆਫ BU ਯੂਜ਼ਡ। ਕਿੰਨੇ ਬੈਲਟ ਯੂਨਿਟ ਤੁਹਾਡੇ ਬੂਥ 'ਤੇ ਯੂਜ਼ ਹੋਏ ਹਨ ਉਹ ਤੁਸੀਂ ਲਿਖ ਦੇਣੇ ਹਨ। ਮੇਰੇ ਬੂਥ 'ਤੇ 16 ਤੋਂ ਵੱਧ ਕੈਂਡੀਡੇਟ ਹਨ, ਇਸ ਲਈ ਇੱਥੇ 2 ਬੈਲਟ ਯੂਨਿਟ ਯੂਜ਼ ਹੋਏ ਹਨ ਅਤੇ ਇੱਥੇ ਆਪਾਂ 02 ਭਰ ਦੇਣਾ ਹੈ। ਨੈਕਸਟ ਆਪਣੇ ਕੋਲ ਹੈ ਜੀ ਟੋਟਲ ਨੰਬਰ ਆਫ VVPAT ਯੂਜ਼ਡ। ਕਿੰਨੇ VVPAT ਯੂਜ਼ ਹੋਏ ਹਨ ਉਹ ਲਿਖ ਦੇਣੇ ਹਨ। ਮੇਰੇ ਬੂਥ 'ਤੇ 1 ਯੂਜ਼ ਹੋਇਆ, ਇੱਥੇ ਆਪਾਂ 1 ਲਿਖ ਦੇਣਾ ਹੈ। ਫੋਰਥ ਪੁਆਇੰਟ ਹੈ ਆਪਣੇ ਕੋਲ ਵੈਦਰ ਦਾ EVM ਦੇ ਵਿੱਚ ਆਪਣੇ ਕੋਲ CU/BU ਕੰਟਰੋਲ ਯੂਨਿਟ ਜਾਂ ਬੈਲਟ ਯੂਨਿਟ ਵਾਜ਼ ਰਿਪਲੇਸਡ ਡਿਊਰਿੰਗ ਐਕਚੁਅਲ ਪੋਲ ਦੇ ਦੌਰਾਨ ਕਿਤੇ CU ਜਾਂ BU ਦੇ ਵਿੱਚ ਅਗਰ ਕੋਈ ਖਰਾਬੀ ਆ ਗਿਆ ਤਾਂ ਤੁਸੀਂ ਉਸ ਨੂੰ ਰਿਪਲੇਸ ਕੀਤਾ ਹੈ ਜਾਂ ਨਹੀਂ, ਇੱਥੇ ਯੈਸ ਜਾਂ ਨੋ ਤੁਸੀਂ ਭਰ ਦੇਣਾ ਹੈ। ਮੇਰੇ ਜੋ ਪੋਲਿੰਗ ਬੂਥ ਹੈ ਉਸ 'ਤੇ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ, ਇਸ ਲਈ ਆਪਾਂ ਇੱਥੇ ਨੋ ਭਰਨਾ ਹੈ। ਅਤੇ ਨੀਚੇ ਅਗਰ ਆਪਾਂ ਕੋਈ ਕੰਟਰੋਲ ਯੂਨਿਟ ਜਾਂ ਬੈਲਟ ਯੂਨਿਟ ਯੂਜ਼ ਕੀਤਾ ਹੈ, ਰਿਪਲੇਸ ਕੀਤਾ ਹੈ, ਤਾਂ ਉਸ ਦਾ ਨੀਚੇ ਆਪਾਂ 4A ਜੋ ਪੁਆਇੰਟ ਹੈ ਉਸ ਦੇ ਵਿੱਚ ਟਾਈਮ ਲਿਖਣਾ ਹੈ ਅਤੇ ਉਸ ਦਾ ਕੀ ਰੀਜ਼ਨ ਸੀ, ਕੀ ਕਾਰਨ ਸੀ ਉਸ ਦੇ ਰਿਪਲੇਸ ਕਰਨ ਦਾ, ਉਸ ਨੂੰ ਆਪਾਂ ਲਿਖਣਾ ਹੈ। ਨੈਕਸਟ 5th ਪੁਆਇੰਟ ਆਪਣੇ ਕੋਲ ਹੈ ਜੀ ਵੈਦਰ ਦਾ VVPAT ਵਾਜ਼ ਰਿਪਲੇਸਡ ਡਿਊਰਿੰਗ ਦਾ ਐਕਚੁਅਲ ਪੋਲ। ਕਿ ਜੋ VVPAT ਹੈ ਜਿਸ ਦੇ ਵਿੱਚ ਪਰਚੀਆਂ ਨਿਕਲਦੀਆਂ ਹਨ ਆਪਣੇ ਕੋਲ ਵੋਟਿੰਗ ਦੀਆਂ, ਕਿ ਉਸ ਨੂੰ ਵੋਟਿੰਗ ਦੇ ਦੌਰਾਨ ਕਿਤੇ ਰਿਪਲੇਸ ਨਹੀਂ ਕੀਤਾ, ਉਸ ਦੇ ਵਿੱਚ ਕੋਈ ਖਰਾਬੀ ਤਾਂ ਨਾ ਆਈ। ਜੇਕਰ ਆਈ ਹੈ ਤਾਂ ਆਪਾਂ ਇੱਥੇ ਯੈਸ ਲਿਖਣਾ ਹੈ, ਅਦਰਵਾਈਜ਼ ਇੱਥੇ ਆਪਾਂ ਨੋ ਲਿਖ ਦੇਣਾ ਹੈ। ਅਤੇ ਨੀਚੇ 5th A ਪੁਆਇੰਟ ਦੇ ਵਿੱਚ ਜੇਕਰ ਉਸ ਨੂੰ ਆਪਾਂ ਰਿਪਲੇਸ ਕੀਤਾ ਹੈ VVPAT ਨੂੰ ਤਾਂ ਉਸ ਦਾ ਟਾਈਮ ਅਤੇ ਉਸ ਦੇ ਰਿਪਲੇਸ ਕਰਨ ਦਾ ਕੀ ਕਾਰਨ ਹੈ ਉਹ ਆਪਾਂ ਲਿਖ ਦੇਣਾ ਹੈ ਜੀ। 6 ਨੰਬਰ ਵਿੱਚ ਆਪਣੇ ਕੋਲ ਹੈ ਜੀ ਨੰਬਰ ਆਫ ਪੋਲਿੰਗ ਏਜੰਟਸ ਇਨ ਦਾ ਪੋਲਿੰਗ ਸਟੇਸ਼ਨ। ਪੋਲਿੰਗ ਏਜੰਟਸ ਦੀ ਆਪਾਂ ਇੱਥੇ ਗਿਣਤੀ ਲਿਖ ਦੇਣੀ ਹੈ ਜੀ। 7 ਨੰਬਰ ਵਿੱਚ ਹੈ ਜੀ ਨੰਬਰ ਆਫ ਇਲੈਕਟਰ।
ਟੋਟਲ ਆਪਣੇ ਕੋਲ ਜੋ ਵੋਟਰ ਸੂਚੀ ਮਿਲੀ ਹੈ ਉਸ ਦੇ ਵਿੱਚ ਆਪਣੇ ਕੋਲ ਆਪਣੇ ਬੂਥ ਦੇ ਉੱਪਰ ਟੋਟਲ ਮੇਲ ਕਿੰਨੇ ਹਨ, ਫੀਮੇਲ ਕਿੰਨੇ ਹਨ, ਥਰਡ ਜੈਂਡਰ ਕਿੰਨੇ ਹਨ, ਅਤੇ ਉਹ ਆਪਾਂ ਇਸ ਜਗ੍ਹਾ ਭਰ ਦੇਣੇ ਹਨ ਜੀ। ਮੈਂ ਆਪਣੇ ਬੂਥ ਦਾ ਇੱਥੇ ਰਿਕਾਰਡ ਭਰ ਦਿੱਤਾ ਹੈ। ਦੈਨ ਤੁਸੀਂ ਆਪਣੇ ਆਪਣੇ ਬੂਥ ਦਾ ਜੋ ਰਿਕਾਰਡ ਇੱਥੇ ਭਰ ਦੇਣਾ ਹੈ ਜੀ। ਦੈਨ ਨੰਬਰ ਆਫ ਵੋਟ ਪੋਲਡ, ਕਿੰਨੀਆਂ ਵੋਟਾਂ ਪਈਆਂ ਹਨ ਉਹ ਆਪਾਂ ਇਸ ਜਗ੍ਹਾ ਸਾਰੀਆਂ ਭਰ ਦੇਣੀਆਂ ਹਨ। ਕਿੰਨੇ ਮੇਲਸ ਨੇ ਵੋਟ ਪਾਈ ਹੈ, ਕਿੰਨੇ ਫੀਮੇਲ ਨੇ, ਕਿੰਨੇ ਥਰਡ ਜੈਂਡਰ ਨੇ, ਅਤੇ ਇਹਨਾਂ ਸਾਰਿਆਂ ਦਾ ਟੋਟਲ ਕਰ ਦੇਣਾ ਹੈ ਜੀ। ਨੈਕਸਟ ਆਪਣੇ ਕੋਲ 9th ਪੁਆਇੰਟ ਹੈ ਜੀ, ਨੰਬਰ ਆਫ ਯੰਗ ਇਲੈਕਟਰਸ ਹੂ ਵੋਟਡ ਇਨ ਦਾ ਪੋਲ ਫॉर ਦ ਫਸਟ ਟਾਈਮ 18-19 ਈਅਰ। ਇਸ ਜਗ੍ਹਾ 'ਤੇ ਆਪਾਂ ਨੌਜਵਾਨ ਵੋਟਰਾਂ ਦੀ ਗਿਣਤੀ ਲਿਖਣੀ ਹੈ ਜਿਨ੍ਹਾਂ ਨੇ ਪਹਿਲੀ ਵਾਰ ਵੋਟ ਪਾਈ ਹੈ, ਅਤੇ ਉਹਨਾਂ ਦੀ ਏਜ ਵੀ ਆਪਣੇ ਕੋਲ ਲਿਖੀ ਹੋਈ ਹੈ 18 ਜਾਂ 19 ਸਾਲ ਵਾਲੇ ਵੋਟਰਸ ਦੀ ਆਪਾਂ ਇੱਥੇ ਗਿਣਤੀ ਲਿਖਣੀ ਹੈ ਜੀ। ਨੈਕਸਟ ਆਪਣੇ ਕੋਲ 10ਵਾਂ ਪੁਆਇੰਟ ਹੈ ਜੀ, ਨੰਬਰ ਆਫ ਓਵਰਸੀਜ਼ ਇਲੈਕਟਰ NRI ਵੋਟਰ ਹੂ ਵੋਟਡ ਇਨ ਦਾ ਪੋਲ। ਇੱਥੇ ਆਪਾਂ ਭਰਨੇ ਹਨ ਜੀ ਪ੍ਰਵਾਸੀ ਭਾਰਤੀ NRI ਵੋਟਰਾਂ ਦੀ ਗਿਣਤੀ ਜਿਨ੍ਹਾਂ ਵੱਲੋਂ ਵੋਟ ਪਾਈ ਗਈ ਹੈ ਆਪਣਾ ਅਸਲ ਜੋ ਪਾਸਪੋਰਟ ਦਿਖਾ ਕੇ। ਨੈਕਸਟ ਆਪਣੇ ਕੋਲ ਹੈ ਜੀ 11ਵਾਂ ਨੰਬਰ ਆਪਣੇ ਕੋਲ ਹੈ ਜੀ, ਨੰਬਰ ਆਫ ਇਲੈਕਟਰਸ ਆਫ ਏਜ ਗ੍ਰੇਟਰ ਦੈਨ 90 ਹੂ ਵੋਟਡ ਇਨ ਦਾ ਪੋਲ। ਇਸ ਜਗ੍ਹਾ 'ਤੇ 90 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ ਲਿਖਣੀ ਹਨ ਜਿਨ੍ਹਾਂ ਨੇ ਆਪਣੇ ਬੂਥ 'ਤੇ ਵੋਟ ਪਾਈ ਹੈ ਜੀ। 12 ਨੰਬਰ ਪੁਆਇੰਟ ਆਪਣੇ ਕੋਲ ਹੈ ਜੀ, ਨੰਬਰ ਆਫ ਇਲੈਕਟਰਸ ਹੂ ਐਕਸਰਸਾਈਜ਼ਡ ਦੇਅਰ ਰਾਈਟ ਆਫ ਰੂਲ 49O। ਇਸ ਵਿੱਚ ਆਪਾਂ ਵੋਟਰਾਂ ਦੀ ਗਿਣਤੀ ਲਿਖਣੀ ਹਨ ਜਿਨ੍ਹਾਂ ਨੇ ਨਿਯਮ 49O ਅਪਣਾਇਆ ਹੈ। ਜੋ ਨਿਯਮ ਹੈ 49O, ਇਹ ਕੀ ਹੁੰਦਾ ਹੈ ਕਿ ਜੋ ਵੋਟਰ ਹੈ ਉਹ ਜੋ 17A ਰਜਿਸਟਰ ਆਫ ਵੋਟਸ 'ਤੇ ਆਪਣੀ ਐਂਟਰੀ ਕਰਵਾਉਂਦਾ ਹੈ, ਆਪਣੇ ਸਾਈਨ ਕਰਦਾ ਹੈ, ਉਸ ਨੂੰ ਵੋਟਿੰਗ ਸਲਿੱਪ ਵੀ ਇਸ਼ੂ ਕਰ ਦਿੱਤੀ ਜਾਂਦੀ ਹੈ, ਪਰ ਬਾਅਦ ਵਿੱਚ ਉਹ ਵੋਟ ਪਾਉਣ ਤੋਂ ਮਨਾ ਕਰ ਦਿੰਦਾ ਹੈ। ਅਗਰ ਇਸ ਤਰ੍ਹਾਂ ਦਾ ਕੋਈ ਕੇਸ ਹੈ ਤਾਂ ਉਸ ਦੀ ਐਂਟਰੀ ਇਸ ਜਗ੍ਹਾ ਕਰਨੀ ਹੈ। ਮੇਰੇ ਜੋ ਬੂਥ ਹੈ ਉਸ 'ਤੇ ਇਸ ਤਰ੍ਹਾਂ ਦਾ ਕੋਈ ਕੇਸ ਨਹੀਂ ਹੈ, ਇਸ ਲਈ ਆਪਾਂ ਇੱਥੇ 00 ਜਾਂ ਨਿਲ ਭਰ ਸਕਦੇ ਹਾਂ ਜੀ। 13 ਨੰਬਰ ਪੁਆਇੰਟ ਆਪਣੇ ਕੋਲ ਹੈ ਜੀ, ਡੈਕਲੇਰੇਸ਼ਨ ਬਾਏ ਇਲੈਕਟਰ ਅੰਡਰ ਰੂਲ 49MA ਆਫ ਕੰਡਕਟ ਆਫ ਇਲੈਕਸ਼ਨ ਰੂਲ 1961। ਇਸ ਵਿੱਚ ਜੋ ਨਿਯਮ 49MA ਅਧੀਨ ਜੇਕਰ ਕੋਈ ਵੋਟਰ ਘੋਸ਼ਣਾ ਕਰਦਾ ਹੈ ਤਾਂ ਉਸ ਦੀ ਆਪਾਂ ਐਂਟਰੀ ਇਸ ਜਗ੍ਹਾ ਭਰਨੀ ਹੈ। ਇਹ ਘੋਸ਼ਣਾ ਕੀ ਹੁੰਦੀ ਹੈ ਜੀ, 49MA ਰੂਲ ਕੀ ਹੁੰਦਾ ਹੈ, ਇਸ ਨੂੰ ਟੈਸਟਿੰਗ ਵੋਟ ਵੀ ਕਿਹਾ ਜਾਂਦਾ ਹੈ। ਕਿ ਜੇਕਰ ਕੋਈ ਵਿਅਕਤੀ ਕਹਿੰਦਾ ਹੈ ਕਿ ਉਸਨੇ ਵੋਟ ਕਿਸੇ ਹੋਰ ਉਮੀਦਵਾਰ ਨੂੰ ਪਾਈ ਸੀ, ਪਰ ਜੋ VVPAT ਹੈ ਉਸ ਦੇ ਵਿੱਚ ਜੋ ਪਰਚੀ ਹੈ ਉਹ ਕਿਸੇ ਹੋਰ ਉਮੀਦਵਾਰ ਦੀ ਨਿਕਲੀ ਹੈ, ਤਾਂ ਇਸ ਕੇਸ ਵਿੱਚ ਉਸ ਵਿਅਕਤੀ ਨੂੰ ਦੁਬਾਰਾ ਇੱਕ ਟੈਸਟਿੰਗ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਂਦਾ ਹੈ। ਅਤੇ ਟੈਸਟਿੰਗ ਵੋਟ ਦੀ ਜੋ ਐਂਟਰੀ ਹੈ ਉਹ ਦੁਬਾਰਾ ਆਪਾਂ 17A ਰਜਿਸਟਰ ਦੇ ਵਿੱਚ ਦੁਬਾਰਾ ਕਰਨੀ ਹੁੰਦੀ ਹੈ। ਪਹਿਲੀ ਐਂਟਰੀ ਵੀ ਹੋਏਗੀ ਜੋ ਉਸਨੇ ਪਹਿਲਾਂ ਕੀਤੀ ਹੈ, ਅਤੇ ਦੁਬਾਰਾ ਜੋ ਟੈਸਟਿੰਗ ਵੋਟ ਦੀ ਜੋ ਐਂਟਰੀ ਹੈ ਉਹ ਵੀ 17A ਰਜਿਸਟਰ ਦੇ ਵਿੱਚ ਆਪਾਂ ਕਰਨੀ ਹੁੰਦੀ ਹੈ ਜੀ। ਅਤੇ ਇਸ ਦੇ ਸਾਹਮਣੇ ਰਿਮਾਰਕਸ ਦੇ ਵਿੱਚ ਆਪਾਂ ਟੈਸਟਿੰਗ ਵੋਟ ਲਿਖਣਾ ਹੁੰਦਾ ਹੈ ਜੀ। ਅਤੇ ਮੇਰੇ ਜੋ ਬੂਥ ਹੈ ਉਸ 'ਤੇ ਅਜਿਹਾ ਕੋਈ ਵੀ ਵਿਅਕਤੀ ਨਹੀਂ ਹੈ, ਇਸ ਜਗ੍ਹਾ ਆਪਾਂ 00 ਭਰਨਾ ਹੈ ਜੀ। ਅਤੇ ਜੇਕਰ ਤੁਹਾਡੇ ਬੂਥ 'ਤੇ ਇਸ ਤਰ੍ਹਾਂ ਦਾ ਕੋਈ ਵਿਅਕਤੀ ਹੈ ਤਾਂ ਤੁਸੀਂ ਉਸ ਦੀ ਐਂਟਰੀ ਇਸ ਜਗ੍ਹਾ ਕਰਨੀ ਹੈ ਜੀ। 14 ਨੰਬਰ ਪੁਆਇੰਟ ਦੇ ਵਿੱਚ ਹੈ ਜੀ, ਨੰਬਰ ਆਫ ਇਲੈਕਟਰਸ ਹੂ ਐਕਸਰਸਾਈਜ਼ ਦੇਅਰ ਰਾਈਟ ਯੂਜ਼ਿੰਗ EDC। ਇਸ ਵਿੱਚ ਆਪਾਂ ਉਹਨਾਂ ਵਿਅਕਤੀਆਂ ਦੀ ਐਂਟਰੀ ਕਰਨੀ ਹੈ ਜਿਨ੍ਹਾਂ ਨੇ EDC ਭਾਵ ਇਲੈਕਸ਼ਨ ਡਿਊਟੀ ਸਰਟੀਫਿਕੇਟ ਦੀ ਵਰਤੋਂ ਕਰਦੇ ਹੋਏ ਵੋਟ ਪਾਈ ਹੈ, ਉਹਨਾਂ ਦੀ ਆਪਾਂ ਐਂਟਰੀ ਇਸ ਜਗ੍ਹਾ ਕਰਨੀ ਹੈ ਜੀ। ਮੇਰੇ ਬੂਥ 'ਤੇ ਅਜਿਹਾ ਕੋਈ ਵੀ ਵੋਟਰ ਨਹੀਂ ਹੈ, ਇਸ ਲਈ ਆਪਾਂ ਇੱਥੇ ਨਿਲ ਭਰਨਾ ਹੈ ਜੀ। ਨੈਕਸਟ 15 ਨੰਬਰ ਦੇ ਵਿੱਚ ਦੇਖੋ ਜੀ ਆਪਣੇ ਕੋਲ ਹੈ ਜੀ, ਟੋਟਲ ਨੰਬਰ ਆਫ ASD ਇਲੈਕਟਰ। ਇਸ ਦੇ ਵਿੱਚ ਆਪਾਂ ASD ਵੋਟਰਾਂ ਦੀ ਕੁੱਲ ਗਿਣਤੀ ਭਰਨੀ ਹਨ ਕਿ ਜੋ ਆਪਾਂ ਨੂੰ ਵੋਟਰ ਲਿਸਟ ਮਿਲੀ ਹੈ, ਵੋਟਰ ਲਿਸਟ ਦੇ ਵਿੱਚ ਜਾਂ ਜੋ ਮਾਰਕਡ ਕਾਪੀ ਮਿਲੀ ਹੈ ਉਸ ਦੇ ਵਿੱਚ ਜੋ ASD ਵੋਟਰ ਹਨ। ASD ਦਾ ਮਤਲਬ ਹੁੰਦਾ ਹੈ, A ਦਾ ਮਤਲਬ ਹੁੰਦਾ ਹੈ ਜੀ ਐਬਸੈਂਟ, S ਦਾ ਮਤਲਬ ਹੁੰਦਾ ਹੈ ਜੀ ਸ਼ਿਫਟਡ, ਅਤੇ D ਦਾ ਮਤਲਬ ਹੁੰਦਾ ਹੈ ਡੁਪਲੀਕੇਟ। ਅਜਿਹੇ ਜੋ ਇਲੈਕਟਰਸ ਹਨ ਉਹਨਾਂ ਦੀ ਜੋ ਐਂਟਰੀ ਹੈ ਉਹ ਜੋ ਆਪਾਂ ਨੂੰ ਮਾਰਕਡ ਕਾਪੀ ਮਿਲੀ ਹੈ ਉਸ ਦੇ ਉੱਪਰ ਵੀ ਹੋ ਸਕਦੀ ਹੈ, ਜਾਂ ਜੋ ਅਲੱਗ ਤੋਂ ਵੀ ਆਪਾਂ ਨੂੰ ਇੱਕ ASD ਜੋ ਵੋਟਰਸ ਦੀ ਲਿਸਟ ਹੈ ਉਹਨਾਂ ਦੀ ਜੋ ਕਾਪੀ ਹੈ ਇੱਕ ਮਿਲ ਸਕਦੀ ਹੈ। ਉਸ ਤੋਂ ਦੇਖ ਕੇ ਆਪਾਂ ਜਿੰਨੇ ਵੀ ਆਪਣੇ ਕੋਲ ਲਿਸਟ ਦੇ ਵਿੱਚ ASD ਵੋਟਰ ਹਨ, ਮੇਲ, ਫੀਮੇਲ, ਥਰਡ ਜੈਂਡਰ ਅਤੇ ਟੋਟਲ, ਉਹਨਾਂ ਦੀ ਆਪਾਂ ਇੱਥੇ ਕਾਊਂਟਿੰਗ ਲਿਖ ਦੇਣੀ ਹੈ ਜੀ। ਨੈਕਸਟ 16 ਨੰਬਰ ਆਪਣੇ ਕੋਲ ਪੁਆਇੰਟ ਹੈ ਜੀ, ਨੰਬਰ ਆਫ ASD ਇਲੈਕਟਰ ਹੂ ਐਕਸਰਸਾਈਜ਼ ਦੇਅਰ ਰਾਈਟ। ਕਿੰਨੇ ASD ਵੋਟਰਾਂ ਨੇ ਵੋਟ ਪਾਈ ਹੈ। 15 ਨੰਬਰ ਦੇ ਵਿੱਚ ਆਪਾਂ ਸਾਰੇ ਹੀ ਲਿਖਣੇ ਹਨ, ਟੋਟਲ ਜਿੰਨੇ ਆਪਣੇ ਕੋਲ
ਮਾਰਕਡ ਕਾਪੀ ਦੇ ਵਿੱਚ ਜਾਂ ਜਿਨ੍ਹਾਂ ਦੀ ਆਪਾਂ ਨੂੰ ਲਿਸਟ ਮਿਲੀ ਹੈ, ਅਤੇ 16 ਨੰਬਰ ਦੇ ਵਿੱਚ ਸਿਰਫ ਉਹਨਾਂ ਦੀ ਐਂਟਰੀ ਕਰਨੀ ਹਨ ਜੋ ਕਿ ਵੋਟ ਪਾਉਣ ਆਏ ਹਨ ਜਾਂ ਜਿਨ੍ਹਾਂ ਨੇ ਵੋਟ ਪਾਈ ਹੈ। ਨੈਕਸਟ ਆਪਣੇ ਕੋਲ 17 ਨੰਬਰ ਪੁਆਇੰਟ ਦੇ ਵਿੱਚ ਹੈ ਜੀ ਨੰਬਰ ਆਫ PWD ਇਲੈਕਟਰ ਹੂ ਵੋਟਡ ਇਨ ਦਾ ਪੋਲ। ਕਿੰਨੇ PWD ਵੋਟਰ ਜੋ ਹਨ ਉਹ ਵੋਟ ਪਾ ਕੇ ਗਏ ਹਨ, ਉਹਨਾਂ ਦੀ ਗਿਣਤੀ ਆਪਾਂ ਉਹਨਾਂ ਦੀ ਐਂਟਰੀ ਇਸ ਜਗ੍ਹਾ ਕਰਨੀ ਹੈ ਜੀ। ਅਤੇ ਮੇਰੇ ਪੋਲਿੰਗ ਸਟੇਸ਼ਨ 'ਤੇ ਕੋਈ ਵੀ PWD ਵੋਟਰ ਨਹੀਂ ਹੈ, ਇਸ ਲਈ ਇੱਥੇ ਮੈਂ ਨਿਲ ਭਰ ਰਿਹਾ ਹਾਂ। ਜੇਕਰ ਤੁਹਾਡੇ ਪੋਲਿੰਗ ਬੂਥ 'ਤੇ ਕੋਈ PWD ਵੋਟਰ ਹੈ, ਦਿਵਿਆਂਗ ਵੋਟਰ ਹੈ, ਪਰਸਨ ਵਿਦ ਡਿਸੇਬਿਲਿਟੀ ਵੋਟਰ ਹੈ, ਤਾਂ ਉਸ ਨੂੰ ਤੁਸੀਂ ਇਸ ਜਗ੍ਹਾ 'ਤੇ ਉਸਦੀ ਐਂਟਰੀ ਕਰਨੀ ਹੈ। ਨੈਕਸਟ 17A ਦੇ ਵਿੱਚ ਹੈ ਨੰਬਰ ਆਫ PWD ਇਲੈਕਟਰ ਹੂ ਵੋਟਡ ਐਜ਼ ਪਰ ਦਾ ਟਾਈਪ ਆਫ ਡਿਸੇਬਿਲਿਟੀ। ਆਪਾਂ ਜੇਕਰ 17A ਦੇ ਵਿੱਚ ਕੋਈ ਐਂਟਰੀ ਕੀਤੀ ਹੈ ਤਾਂ ਨੀਚੇ PWD ਇਲੈਕਟਰ ਦੀ ਆਪਾਂ ਜੋ ਟਾਈਪਸ ਹੈ, ਟਾਈਪ ਆਫ ਡਿਸੇਬਿਲਿਟੀ, ਕਿਸ ਸ਼੍ਰੇਣੀ ਦੇ ਵਿੱਚ ਉਹ ਜੋ ਵੋਟਰ ਹੈ ਉਹ ਆਉਂਦਾ ਹੈ, ਇਸ ਵਿੱਚ ਤੁਹਾਨੂੰ ਨਜ਼ਰ ਆ ਰਹੀਆਂ ਹਨ। ਪਹਿਲਾਂ ਵਿਜ਼ੂਅਲੀ ਇੰਪੇਅਰਡ, ਇਸ ਦਾ ਮਤਲਬ ਹੈ ਕਿ ਉਹ ਜੋ ਵੋਟਰ ਹੈ ਉਹ ਦੇਖਣ ਤੋਂ ਅਸਮਰਥ ਹੈ। ਦੂਸਰਾ ਹੈ ਹੀਅਰਿੰਗ ਇੰਪੇਅਰਡ, ਹੀਅਰਿੰਗ ਇੰਪੇਅਰਡ ਮਤਲਬ ਜੋ ਵੋਟਰ ਹੈ ਉਹ ਸੁਣਨ ਤੋਂ ਅਸਮਰਥ ਹੈ। ਤੀਸਰਾ ਆਪਣੇ ਕੋਲ ਹੈ ਜੀ ਲੋਕੋਮੋਟਿਵ, ਲੋਕੋਮੋਟਿਵ ਦੇ ਵਿੱਚ ਆਪਾਂ ਐਂਟਰੀ ਕਰਨੀ ਹੈ ਜੇਕਰ ਕੋਈ ਵੋਟਰ ਚੱਲਣ ਫਿਰਨ ਤੋਂ ਅਸਮਰਥ ਹੈ, ਅਤੇ ਜਾਂ ਅਗਰ ਕੋਈ ਹੋਰ ਕਾਰਨ ਹੈ ਤਾਂ ਉਸ ਦੀ ਆਪਾਂ ਅਦਰਸ ਦੇ ਵਿੱਚ ਉਸ ਦੀ ਐਂਟਰੀ ਕਰਨੀ ਹੈ। 18B ਪੁਆਇੰਟ ਆਪਣੇ ਕੋਲ ਹੈ ਜੀ ਨੰਬਰ ਆਫ ਵਿਜ਼ੂਅਲੀ ਇੰਪੇਅਰਡ ਇਲੈਕਟਰ ਹੂ ਯੂਜ਼ਡ ਫੈਸਿਲਿਟੀ ਟੂ ਕਾਸਟ ਦੇਅਰ ਵੋਟ। ਜੋ ਵਿਜ਼ੂਅਲੀ ਇੰਪੇਅਰਡ ਇਲੈਕਟਰਸ ਹਨ, ਵੋਟਰ ਹਨ ਜੋ ਦੇਖਣ ਤੋਂ ਅਸਮਰਥ ਹਨ, ਉਹਨਾਂ ਨੇ ਵੋਟ ਕਿਸ ਤਰ੍ਹਾਂ ਪਾਈ ਹੈ, ਉਹਨਾਂ ਦੀ ਆਪਾਂ ਡਿਟੇਲ ਇੱਥੇ ਲਿਖਣੀ ਹੈ, ਇੱਥੇ ਭਰਨੀ ਹੈ ਜੀ। ਪਹਿਲਾਂ ਦੇਖੋ ਲਿਖਿਆ ਹੈ ਡੰਮੀ ਬੈਲਟ ਸ਼ੀਟ ਇਨ ਬ੍ਰੇਲ, ਉਹਨਾਂ ਨੇ ਬ੍ਰੇਲ ਸਿਸਟਮ ਵਾਲੀ ਜੋ ਬੈਲਟ ਸ਼ੀਟ ਹੈ ਉਹ ਯੂਜ਼ ਕੀਤੀ ਹੈ ਜਾਂ ਨਹੀਂ ਹੈ, ਅਤੇ ਇੱਥੇ ਆਪਾਂ ਟਿਕ ਕਰਨਾ ਹੈ ਜਾਂ ਇੱਥੇ ਯੈਸ ਲਿਖਣਾ ਹੈ। ਫਿਰ ਅਗਰ ਉਸਨੇ ਕੀਤੀ ਹੈ ਤਾਂ ਯੈਸ, ਅਗਰ ਨਹੀਂ ਕੀਤੀ ਹੈ ਤਾਂ ਨੋ। ਫਿਰ ਹੈ ਵਿਦ ਦ ਹੈਲਪ ਆਫ ਕੰਪੈਨੀਅਨ, ਕਿ ਉਸਨੇ ਕਿਸੇ ਕੰਪੈਨੀਅਨ ਦੀ ਹੈਲਪ ਲਈ ਹੈ। ਕੰਪੈਨੀਅਨ ਦੀ ਹੈਲਪ ਉਹ ਦੋ ਤਰ੍ਹਾਂ ਲੈ ਸਕਦਾ ਹੈ, ਡੰਮੀ ਸ਼ੀਟ ਨੂੰ ਭਰਨ ਵਿੱਚ ਵੀ ਹੈਲਪ ਲੈ ਸਕਦਾ ਹੈ, ਜਾਂ ਉਹ ਹੈਲਪ ਲੈ ਸਕਦਾ ਹੈ EVM ਜੋ ਬੈਲਟ ਯੂਨਿਟ ਹੈ ਉਸ ਤੋਂ ਵੀ, ਉਹ EVM ਮਸ਼ੀਨ ਤੋਂ ਵੀ ਉਹ ਵੋਟ ਪਾ ਸਕਦਾ ਹੈ। ਜਾਂ ਵਿਦ ਲਿਖਿਆ ਹੋਇਆ ਹੈ ਵਿਦ ਬੋਥ ਫੈਸਿਲਿਟੀ, ਬੋਥ ਫੈਸਿਲਿਟੀ ਕੀ ਹੈ, ਉਸਨੇ ਬ੍ਰੇਲ ਸਿਸਟਮ ਲਿਆ ਹੈ ਪਰ ਨਾਲ ਉਸਨੇ ਆਪਣਾ ਕੰਪੈਨੀਅਨ ਵੀ ਰੱਖਿਆ ਹੋਇਆ ਹੈ, ਅਤੇ ਅਗਰ ਦੋਨੋਂ ਕੇਸ ਹੈ, ਕੰਪੈਨੀਅਨ ਵੀ ਹੈ ਬਟ ਉਸਨੇ ਨਾਲ ਬ੍ਰੇਲ ਸਿਸਟਮ ਵੀ ਯੂਜ਼ ਕੀਤਾ ਹੈ, ਅਤੇ ਇੱਥੇ ਆਪਾਂ ਬੋਥ 'ਤੇ ਟਿਕ ਕਰਨਾ ਹੈ ਜੀ। ਨੈਕਸਟ 18 ਨੰਬਰ ਪੁਆਇੰਟ ਵਿੱਚ ਆਪਣੇ ਕੋਲ ਹੈ ਜੀ ਵੋਟ ਪੋਲਡ ਵਿਦ ਵੋਟਰ ID ਕਾਰਡ, ਜਿਸ ਨੂੰ ਆਪਾਂ ਐਪਿਕ ਕਹਿ ਦਿੰਦੇ ਹਨ। ਇਸ ਵਿੱਚ ਆਪਾਂ ਐਂਟਰੀ ਕਰਨੀ ਹੈ ਕਿ ਕਿੰਨੇ ਜੋ ਆਪਣੇ ਕੋਲ ਵੋਟਰ ਹਨ ਉਹਨਾਂ ਨੇ ਐਪਿਕ ਕਾਰਡ, ਵੋਟਰ ਕਾਰਡ ਦਿਖਾ ਕੇ ਆਪਣੀ ਇੱਥੇ ਵੋਟ ਪਾਈ ਹੈ। ਇਸ ਦੀ ਜੋ ਗਿਣਤੀ ਹੈ ਤੁਹਾਨੂੰ ਜੋ 17A ਰਜਿਸਟਰ ਆਫ ਵੋਟਸ ਦੇ ਵਿੱਚ ਤੁਹਾਨੂੰ ਮਿਲ ਜਾਏਗੀ ਜੀ। ਨੈਕਸਟ ਆਪਣੇ ਕੋਲ ਹੈ ਜੀ 19 ਨੰਬਰ ਪੁਆਇੰਟ ਵੋਟ ਪੋਲਡ ਵਿਦ ਅਦਰ ਡਾਕੂਮੈਂਟ। ਇਸ ਦੀ ਐਂਟਰੀ ਵੀ ਤੁਹਾਨੂੰ ਜੋ 17A ਦੇ ਵਿੱਚ ਮਿਲ ਜਾਏਗੀ ਕਿ ਕਿੰਨੇ ਜੋ ਵੋਟਰ ਹਨ ਉਹਨਾਂ ਨੇ ਵੋਟਰ ਕਾਰਡ ਤੋਂ ਬਿਨਾਂ ਕੋਈ ਹੋਰ ਜੋ ਉਹਨਾਂ ਦਾ ਪ੍ਰੂਫ ਹੈ ਉਹ ਦਿਖਾ ਕੇ, ਫੋਟੋ ਪ੍ਰੂਫ ਜਿਸ ਦੇ ਉੱਪਰ ਉਸਦੀ ਫੋਟੋ ਵੀ ਲੱਗੀ ਹੋਵੇ, ਇਸ ਤਰ੍ਹਾਂ ਦਾ ਕੋਈ ਹੋਰ ਪ੍ਰੂਫ ਦਿਖਾ ਕੇ ਉਸਨੇ ਅਗਰ ਵੋਟ ਪਾਈ ਹੈ ਤਾਂ ਉਸ ਦੀ ਆਪਾਂ ਗਿਣਤੀ, ਉਹਨਾਂ ਦੀ ਕਾਊਂਟਿੰਗ ਇਸ ਜਗ੍ਹਾ ਲਿਖਣੀ ਹੈ ਜੀ। 20 ਨੰਬਰ ਪੁਆਇੰਟ ਆਪਣੇ ਕੋਲ ਹੈ ਜੀ ਨੰਬਰ ਆਫ ਟੈਂਡਰਡ ਵੋਟਸ। ਇਸ ਦੇ ਵਿੱਚ ਆਪਾਂ ਟੈਂਡਰਡਸ ਵੋਟਸ ਦੀ ਜੋ ਗਿਣਤੀ ਹੈ ਉਹ ਭਰਨੀ ਹੈ। ਜਿਨ੍ਹਾਂ ਵਿਅਕਤੀਆਂ ਨੇ ਜੋ ਟੈਂਡਰਡ ਬੈਲਟ ਪੇਪਰ ਦੇ ਨਾਲ ਵੋਟ ਪਾਈ ਹੈ ਉਹਨਾਂ ਦੀ ਗਿਣਤੀ ਇਸ ਜਗ੍ਹਾ ਆਪਾਂ ਲਿਖਣੀ ਹੈ ਜੀ। ਸਾਥੀਓ ਟੈਂਡਰਡ ਵੋਟਸ 'ਤੇ ਮੈਂ ਇੱਕ ਅਲੱਗ ਤੋਂ ਵੀਡੀਓ ਬਣਾਈ ਹੋਈ ਹੈ, ਉਸ ਵੀਡੀਓ ਨੂੰ ਤੁਸੀਂ ਜ਼ਰੂਰ ਦੇਖ ਲੈਣਾ, ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। 21 ਨੰਬਰ ਪੁਆਇੰਟ ਆਪਣੇ ਕੋਲ ਹੈ ਜੀ ਨੰਬਰ ਆਫ ਚੈਲੰਜਡ ਵੋਟਸ। ਇਸ ਵਿੱਚ ਆਪਾਂ ਚੈਲੰਜਡ ਵੋਟਾਂ ਦੀ ਜੋ ਗਿਣਤੀ ਹੈ ਉਹ ਲਿਖਣੀ ਹੈ ਜੀ। ਚੈਲੰਜਡ ਵੋਟ ਕੀ ਹੁੰਦੀ ਹੈ, ਇਸ ਬਾਰੇ ਸਾਥੀਓ ਮੈਂ ਪ੍ਰੈਜ਼ਾਈਡਿੰਗ ਆਫਿਸਰ ਡੈਰੀ ਵਾਲੀ ਜੋ ਵੀਡੀਓ ਹੈ ਉਸ ਵਿੱਚ ਚੰਗੀ ਤਰ੍ਹਾਂ ਸਮਝਾਇਆ ਹੈ। ਜੇਕਰ ਤੁਸੀਂ ਉਸ ਵੀਡੀਓ ਨੂੰ ਹਜੇ ਤੱਕ ਨਹੀਂ ਦੇਖਿਆ ਤਾਂ ਉਸ ਵੀਡੀਓ ਨੂੰ ਇੱਕ ਵਾਰ ਜ਼ਰੂਰ ਦੇਖ ਲੈਣਾ, ਉਸ ਦਾ ਜੋ ਲਿੰਕ ਹੈ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਅਤੇ ਮੇਰੇ ਜੋ ਬੂਥ ਹੈ ਉਸ 'ਤੇ ਕੋਈ ਵੀ ਚੈਲੰਜਡ ਵੋਟ ਨਹੀਂ ਪਈ ਹੈ, ਇਸ ਲਈ ਇਸ ਜਗ੍ਹਾ ਮੈਂ ਨਿਲ ਭਰਨਾ ਹੈ ਜੀ। 22 ਨੰਬਰ ਪੁਆਇੰਟ ਹੈ ਜੀ ਨੰਬਰ ਆਫ ਪ੍ਰੋਕਸੀ ਵੋਟਸ ਬਾਏ CSV। CSV ਹੁੰਦਾ ਹੈ ਜੀ ਕਲਾਸੀਫਾਈਡ ਸਰਵਿਸਿਜ਼ ਵੋਟਰ, ਜਾਂ ਇਸ ਨੂੰ ਵੋਟਿੰਗ ਬਾਏ ਪ੍ਰੋਕਸੀ ਵੀ ਕਿਹਾ ਜਾਂਦਾ ਹੈ। ਇਸ ਵਿੱਚ ਆਪਾਂ ਇਸ 22ਵੇਂ ਪੁਆਇੰਟ ਵਿੱਚ ਆਪਾਂ ਪ੍ਰੋਕਸੀ ਵੋਟਾਂ ਦੀ ਗਿਣਤੀ ਲਿਖਣੀ ਹੈ ਜੀ। ਪ੍ਰੋਕਸੀ ਵੋਟ ਕੀ ਹੁੰਦੀ ਹੈ ਕਿ ਜੇਕਰ ਕੋਈ ਵਿਅਕਤੀ ਆਪਣੀ ਵੋਟ ਖੁਦ ਨਹੀਂ ਪਾ ਸਕਦਾ
किसी वजह कारण वो वोटिंग वाले दिन घरों दूर है ਜਾਂ ਕੋਈ ਹੋਰ ਕਾਰਨ ਹੈ ਤਾਂ ਉਹ ਵੋਟਾਂ ਤੋਂ ਪਹਿਲਾਂ ਕਿਸੇ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਹੋ ਕੇ ਹਲਫੀਆ ਬਿਆਨ ਦੇ ਸਕਦਾ ਹੈ, ਕਿਸੇ ਹੋਰ ਵਿਅਕਤੀ ਨੂੰ ਆਪਣੀ ਵੋਟ ਪਾਉਣ ਦਾ ਅਧਿਕਾਰ ਦੇ ਸਕਦਾ ਹੈ ਜਿਸ ਦੀ ਉਮਰ 18 ਸਾਲ ਤੋਂ ਵੱਧ ਹੋਵੇ। ਤਾਂ ਉਹ ਵਿਅਕਤੀ ਇਹ ਹਲਫੀਆ ਬਿਆਨ ਪ੍ਰੀਜ਼ਾਈਡਿੰਗ ਆਫੀਸਰ ਨੂੰ ਦਿਖਾ ਕੇ ਪ੍ਰੋਕਸੀ ਵੋਟ ਪਾ ਸਕਦਾ ਹੈ। ਜੇਕਰ ਅਜਿਹਾ ਕੋਈ ਵੀ ਵੋਟਰ ਆਪਣੇ ਪੋਲਿੰਗ ਬੂਥ 'ਤੇ ਆਉਂਦਾ ਹੈ ਤਾਂ ਉਸ ਦੀ ਐਂਟਰੀ ਆਪਾਂ ਇਸ ਜਗ੍ਹਾ ਕਰਨੀ ਹੈ। ਮੇਰੇ ਬੂਥ 'ਤੇ ਕੋਈ ਵੀ ਪ੍ਰੋਕਸੀ ਵੋਟਰ ਨਹੀਂ ਹੈ, ਇਸ ਲਈ ਇਸ ਜਗ੍ਹਾ ਮੈਂ ਨਿਲ ਭਰਨਾ ਹੈ ਜੀ। 23 ਨੰਬਰ ਪੁਆਇੰਟ ਆਪਣੇ ਕੋਲ ਹੈ ਜੀ, ਵੈਦਰ ਵੈਬ ਕਾਸਟਿੰਗ ਡਨ ਔਨ ਪੋਲਿੰਗ ਸਟੇਸ਼ਨ। ਜੇਕਰ ਤੁਹਾਡੇ ਪੋਲਿੰਗ ਸਟੇਸ਼ਨ 'ਤੇ ਵੈਬ ਕਾਸਟਿੰਗ ਹੋਈ ਹੈ ਤਾਂ ਤੁਸੀਂ ਯੈਸ ਲਿਖਣਾ ਹੈ, ਅਦਰਵਾਈਜ਼ ਤੁਸੀਂ ਨੋ ਲਿਖਣਾ ਹੈ ਜੀ। ਹੁਣ ਵੈਬ ਕਾਸਟਿੰਗ ਕੀ ਹੁੰਦਾ ਹੈ ਜੀ, ਪੋਲਿੰਗ ਸਟੇਸ਼ਨ 'ਤੇ ਕੈਮਰੇ ਲੱਗੇ ਹੁੰਦੇ ਹਨ ਅਤੇ ਉੱਥੇ ਪੂਰੀ ਇੰਟਰਨੈਟ ਦੀ ਫੈਸਿਲਿਟੀ ਹੁੰਦੀ ਹੈ ਅਤੇ ਡਿਸਟ੍ਰਿਕਟ ਹੈੱਡਕੁਆਟਰ ਵਿੱਚ ਜੋ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀ ਹਨ ਉਹ ਬੂਥ ਦੀ ਲਾਈਵ ਵੀਡੀਓ ਦੇਖ ਸਕਦੇ ਹਨ ਅਤੇ ਬੂਥ 'ਤੇ ਕੀ ਚੱਲ ਰਿਹਾ ਹੈ ਅਤੇ ਕੀ ਨਹੀਂ ਚੱਲ ਰਿਹਾ ਉਹ ਲਾਈਵ ਉੱਥੇ ਬੈਠ ਕੇ ਦੇਖ ਸਕਦੇ ਹਨ। ਅਤੇ ਜੇਕਰ ਇਸ ਤਰ੍ਹਾਂ ਦੀ ਫੈਸਿਲਿਟੀ ਤੁਹਾਡੇ ਬੂਥ 'ਤੇ ਹੈ ਤਾਂ ਤੁਸੀਂ ਯੈਸ ਲਿਖਣਾ ਹੈ, ਅਦਰਵਾਈਜ਼ ਤੁਸੀਂ ਨੋ ਲਿਖਣਾ ਹੈ। ਮੇਰੇ ਬੂਥ 'ਤੇ ਇਸ ਤਰ੍ਹਾਂ ਦੀ ਫੈਸਿਲਿਟੀ ਨਹੀਂ ਸੀ, ਇਸ ਲਈ ਆਪਾਂ ਇੱਥੇ ਨੋ ਲਿਖਣਾ ਹੈ। 24 ਨੰਬਰ ਪੁਆਇੰਟ ਹੈ ਜੀ, ਵੈਦਰ ਵੈਬ ਕਾਸਟਿੰਗ ਓਪਰੇਟਰ ਵਾਜ਼ ਅਵੇਲੇਬਲ। ਜੇਕਰ ਓਪਰੇਟਰ ਵੈਬ ਕਾਸਟਿੰਗ ਹੋ ਰਹੀ ਹੈ ਤਾਂ ਉੱਥੇ ਕੋਈ ਨਾ ਕੋਈ ਓਪਰੇਟਰ ਹੋਏਗਾ ਜੋ ਉਸ ਨੂੰ ਓਪਰੇਟ ਕਰ ਰਿਹਾ ਹੋਏਗਾ, ਤਾਂ ਤੁਸੀਂ ਉੱਥੇ ਯੈਸ ਲਿਖ ਦੇਣਾ ਹੈ, ਅਦਰਵਾਈਜ਼ ਨੋ ਲਿਖ ਦੇਣਾ ਹੈ। 25 ਨੰਬਰ ਪੁਆਇੰਟ ਹੈ, ਨੇਮ ਐਂਡ ਮੋਬਾਈਲ ਨੰਬਰ ਆਫ ਦਾ ਵੈਬ ਕਾਸਟਿੰਗ ਓਪਰੇਟਰ। ਇੱਥੇ ਵੈਬ ਕਾਸਟਿੰਗ ਓਪਰੇਟਰ ਦਾ ਨੇਮ ਅਤੇ ਮੋਬਾਈਲ ਨੰਬਰ ਮੈਂਸ਼ਨ ਕਰ ਦੇਣਾ ਹੈ ਜੀ। 26 ਨੰਬਰ ਪੁਆਇੰਟ ਹੈ ਜੀ, ਵੈਦਰ ਪੋਲਿੰਗ ਸਟੇਸ਼ਨ ਵਾਜ਼ ਮੈਨੇਜਡ ਬਾਏ PWD ਓਨਲੀ। ਇਸ ਦਾ ਮਤਲਬ ਹੈ ਕਿ ਜੇਕਰ ਪੋਲਿੰਗ ਪਾਰਟੀ ਦੇ ਸਾਰੇ ਹੀ ਜੋ ਮੈਂਬਰ ਹਨ, ਪ੍ਰੀਜ਼ਾਈਡਿੰਗ ਆਫੀਸਰ, APRO, ਪੋਲਿੰਗ ਆਫੀਸਰ, ਜੇਕਰ ਉਹ ਦਿਵਿਆਂਗ ਹਨ, ਪਰਸਨ ਵਿਦ ਡਿਸੇਬਿਲਿਟੀ ਹਨ, ਉਹ ਕਿਸੇ ਵੀ ਤਰ੍ਹਾਂ ਦੀ ਡਿਸੇਬਿਲਿਟੀ ਹੋ ਸਕਦੀ ਹੈ, ਜਿਸ ਤਰ੍ਹਾਂ ਮੰਨ ਲਓ ਕਿ ਕਿਸੇ ਦੀ ਕੋਈ ਫਿਜ਼ੀਕਲੀ ਹੈਂਡੀਕੈਪ ਹੈ, ਕਿਸੇ ਨੂੰ ਕੋਈ ਪੋਲੀਓ ਹੋਇਆ ਹੈ ਜਾਂ ਕੋਈ ਵੀਲ ਚੇਅਰ 'ਤੇ ਹੈ ਜਾਂ ਕੋਈ ਹੀਅਰਿੰਗ ਇੰਪੇਅਰਮੈਂਟ ਹੈ ਜਾਂ ਕੋਈ ਲੋਕੋਮੋਟਿਵ ਪ੍ਰੋਬਲਮ ਹੈ, ਅਤੇ ਇਸ ਤਰ੍ਹਾਂ ਦਾ ਅਗਰ ਪੋਲਿੰਗ ਸਟੇਸ਼ਨ ਹੈ ਜਿੱਥੇ ਸਾਰੇ ਹੀ ਜੋ ਪੋਲਿੰਗ ਪਾਰਟੀ ਦੇ ਮੈਂਬਰ ਹਨ ਉਹ PWD ਪਰਸਨ ਵਿਦ ਡਿਸੇਬਿਲਿਟੀ ਹਨ ਤਾਂ ਇੱਥੇ ਆਪਾਂ ਯੈਸ ਭਰਨਾ ਹੈ, ਅਦਰਵਾਈਜ਼ ਨੋ ਭਰਨਾ ਹੈ ਜੀ। 27ਵਾਂ ਪੁਆਇੰਟ ਹੈ ਜੀ, ਵੈਦਰ ਪੋਲਿੰਗ ਸਟੇਸ਼ਨ ਵਾਜ਼ ਮੈਨੇਜਡ ਬਾਏ ਵਿਮਨ ਓਨਲੀ। ਪਿੰਕ ਪੋਲਿੰਗ ਸਟੇਸ਼ਨ। ਜੇਕਰ ਪੋਲਿੰਗ ਸਟੇਸ਼ਨ 'ਤੇ ਸਾਰਾ ਹੀ ਜੋ ਪੋਲਿੰਗ ਪਾਰਟੀ ਹੈ ਉਹ ਫੀਮੇਲ ਹੈ ਤਾਂ ਇਸ ਜਗ੍ਹਾ ਯੈਸ ਭਰਨਾ ਹੈ, ਅਦਰਵਾਈਜ਼ ਨੋ ਭਰਨਾ ਹੈ। ਇਸ ਤਰ੍ਹਾਂ ਦੇ ਜੋ ਪੋਲਿੰਗ ਸਟੇਸ਼ਨ ਹਨ ਉਹਨਾਂ ਨੂੰ ਪਿੰਕ ਪੋਲਿੰਗ ਸਟੇਸ਼ਨ ਕਿਹਾ ਜਾਂਦਾ ਹੈ, ਜਿੱਥੇ ਸਾਰੀ ਹੀ ਜੋ ਪੋਲਿੰਗ ਪਾਰਟੀ ਹੈ ਉਹ ਫੀਮੇਲ ਹੋਵੇ। 28 ਨੰਬਰ ਪੁਆਇੰਟ ਆਪਣੇ ਕੋਲ ਹੈ ਜੀ, ਵੈਦਰ ਪੋਲਿੰਗ ਸਟੇਸ਼ਨ ਵਾਜ਼ ਡਿਕਲੇਅਰਡ ਐਜ਼ ਮਾਡਲ ਪੋਲਿੰਗ ਸਟੇਸ਼ਨ। ਜੇਕਰ ਤੁਹਾਡਾ ਪੋਲਿੰਗ ਸਟੇਸ਼ਨ ਮਾਡਲ ਪੋਲਿੰਗ ਸਟੇਸ਼ਨ ਡਿਕਲੇਅਰ ਹੋਇਆ ਹੈ ਤਾਂ ਤੁਸੀਂ ਯੈਸ ਲਿਖਣਾ ਹੈ, ਅਦਰਵਾਈਜ਼ ਤੁਸੀਂ ਨੋ ਲਿਖਣਾ ਹੈ ਜੀ। ਇਸ ਬਾਰੇ ਤੁਹਾਡੇ ਜੋ ਸੈਕਟਰ ਆਫੀਸਰਸ ਹਨ ਉਹ ਤੁਹਾਨੂੰ ਪਹਿਲਾਂ ਹੀ ਦੱਸ ਦੇਣਗੇ ਕਿ ਤੁਹਾਡਾ ਜੋ ਪੋਲਿੰਗ ਸਟੇਸ਼ਨ ਹੈ ਉਹ ਮਾਡਲ ਪੋਲਿੰਗ ਸਟੇਸ਼ਨ ਹੈ ਜਾਂ ਨਹੀਂ ਹੈ। ਇੱਕ ਤੁਹਾਨੂੰ ਸਕਰੀਨ ਦੇ ਉੱਪਰ ਪਿਕਚਰ ਵੀ ਨਜ਼ਰ ਆ ਰਹੀ ਹੈ ਕਿ ਮਾਡਲ ਪੋਲਿੰਗ ਸਟੇਸ਼ਨ ਕਿਸ ਤਰ੍ਹਾਂ ਦਾ ਹੁੰਦਾ ਹੈ। ਇਸ ਨੂੰ ਪੂਰੀ ਤਰ੍ਹਾਂ ਸਜਾਇਆ ਜਾਂਦਾ ਹੈ, ਜੋ ਮੈਟ ਵਗੈਰਾ ਉਸ ਜਗ੍ਹਾ ਵਿਛਾਏ ਜਾਂਦੇ ਹਨ ਜਿਸ ਜਗ੍ਹਾ ਵੋਟਰਾਂ ਨੇ ਵੋਟ ਪਾਉਣਾ ਨਹੀਂ ਹੈ। ਪੂਰੀ ਦਿਵਿਆਂਗ ਵੋਟਰਾਂ ਲਈ ਵੀਲ ਚੇਅਰ ਦਾ ਇੰਤਜ਼ਾਮ ਹੁੰਦਾ ਹੈ, ਸੀਨੀਅਰ ਸਿਟੀਜ਼ਨ ਜੋ ਹੁੰਦੇ ਹਨ ਉਹਨਾਂ ਲਈ ਵੀ ਸਪੈਸ਼ਲ ਇੰਤਜ਼ਾਮ ਕੀਤਾ ਜਾਂਦਾ ਹੈ। ਸਾਰੇ ਹੀ ਵੋਟਰਾਂ ਲਈ ਬੈਠਣ ਦਾ, ਪਾਣੀ ਦਾ ਬਿਲਕੁਲ ਸਹੀ ਇੰਤਜ਼ਾਮ ਹੁੰਦਾ ਹੈ। ਅਤੇ ਜੇਕਰ ਤੁਹਾਡਾ ਜੋ ਪੋਲਿੰਗ ਸਟੇਸ਼ਨ ਹੈ ਉਹ ਮਾਡਲ ਹੈ ਤਾਂ ਤੁਸੀਂ ਇਸ ਜਗ੍ਹਾ ਯੈਸ ਲਿਖਣਾ ਹੈ, ਅਦਰਵਾਈਜ਼ ਤੁਸੀਂ ਨੋ ਲਿਖਣਾ ਹੈ। ਅਤੇ ਲਾਸਟ ਵਿੱਚ ਜੋ ਪ੍ਰੀਜ਼ਾਈਡਿੰਗ ਆਫੀਸਰ ਹੈ ਉਸਨੇ ਪੂਰਾ ਫਾਰਮ ਫਿਲ ਕਰਕੇ ਇੱਥੇ ਸਿਗਨੇਚਰ ਕਰਨੇ ਹਨ ਜੀ, ਸਿਗਨੇਚਰ ਆਫ ਪ੍ਰੀਜ਼ਾਈਡਿੰਗ ਆਫੀਸਰ, ਅਤੇ ਨਾਲ ਡੇਟ ਪਾ ਦੇਣੀ ਹੈ। ਹੋਪ ਸਟੂਡੈਂਟ ਤੁਹਾਨੂੰ ਇਹ ਸਾਰੀ ਹੀ ਜੋ ਇਨਫੋਰਮੇਸ਼ਨ ਮੈਂ ਦਿੱਤੀ ਹੈ ਤੁਹਾਨੂੰ ਅੱਛੀ ਲੱਗੀ ਹੋਏਗੀ, ਤੁਹਾਡੇ ਲਈ ਕਾਫੀ ਯੂਜ਼ਫੁਲ ਹੋਏਗੀ। ਜੇਕਰ ਵੀਡੀਓ ਤੁਹਾਨੂੰ ਅੱਛੀ ਲੱਗੀ ਹੈ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ, ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤਾਂ ਜੋ ਮੈਂ ਇਸੇ ਤਰ੍ਹਾਂ ਤੁਹਾਡੇ ਲਈ ਹੋਰ ਨੌਲੇਜੇਬਲ ਵੀਡੀਓ ਲੈ ਕੇ ਆਉਂਦਾ ਰਹਾਂ। ਧੰਨਵਾਦ।